सत श्री अकाल, मैं स्नेहा मांगड़ ते तुसी देख रहे हो BTV। लैके हाजिर हाँ अज दा खास बुलेटिन। आओ सब तो पहला नज़र मारदे हां सुर्खियां उत्ते। मैटा ने पत्रकारी फैलोशिप लई इकरारनामे नूं खत्म कीता। डच प्रोसिक्यूटर ने अमांडा टॉड जबरदस्ती लई सज़ा विच महत्वपूर्ण कटौती दी सिफारिश कीती। टोरंटो पुलिस ने उस नौजवान लड़की की पछाण की है जिस दे अवशेष पिछले साल रोजडेल डंपस्टर तो मिले। समिथ का कहना कि प्रोविंस क्लीन फ्यूल रेगुलेशन के विरुद्ध पिछे हटण लई तैयार। ते हुण खबरां विस्तार नाल। गूगल ने वीरवार नूं कहा कि वह लिबरल सरकार के ऑनलाइन न्यूज़ एक्ट के कारण कनेडियन खबरां नूं अपने प्लेटफॉर्मां तो हटा देवेगा अते स्थानक प्रकाशकां नाल मौजूद सौदियां नूं खत्म कर देवेगा जो कि डिजिटल दिग्गजां नूं मीडिया आउटलेटां नूं उन्हां द्वारा साझी कीती समग्री लई भुगतान करन लई मजबूर करदा है या फिर दोबारा पेश करदा है। तकनीकी दिग्गज ने अपने खोज इंजन गूगल न्यूज़ अते गूगल डिस्कवर तो सिर्फ कनेडियन प्रकाशकां अते पाठकां लई खबरां दे लिंकां नूं हटाउण दी योजना बनाई है। कंपनी ने कहा कि वह कैनेडा विच गूगल न्यूज़ शोकेस नूं भी खत्म कर देवेगी। एक उत्पाद जो 150 तो वध स्थानक प्रकाशकां दीआं खबरां नूं लाइसेंस देण लई वरतदा है। वह मौजूदा सौदे इस साल दे अंत विच तब्दीली होण तक लागू रहणगे। गूगल अते इस दी मूल कंपनी अल्फाबेट दे ग्लोबल मामलिਆਂ ਦੇ ਪ੍ਰਧਾਨ ਨੇ ਵੀਰਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਕਿ ਇੱਕ ਵਾਰ ਕਾਨੂੰਨ ਲਾਗੂ ਹੋਣ ਤੋਂ ਬਾਅਦ ਅਸੀਂ ਸਮਝੌਤਿਆਂ ਨੂੰ ਜਾਰੀ ਰੱਖਣ ਦੀ ਉਮੀਦ ਨਹੀਂ ਕਰਾਂਗੇ। ਗੂਗਲ ਨੇ ਇਹ ਨਹੀਂ ਦੱਸਿਆ ਕਿ ਬਦਲਾਅ ਕਦੋਂ ਹੋਣਗੇ ਪਰ ਇਹ ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਹੋਣਗੇ। ਇਹ ਕਾਨੂੰਨ ਪਿਛਲੇ ਹਫ਼ਤੇ ਪਾਸ ਹੋਇਆ ਸੀ ਅਤੇ ਸਾਲ ਦੇ ਅੰਤ ਤੱਕ ਲਾਗੂ ਹੋ ਜਾਵੇਗਾ। ਐਮਸਟਰਡਮ ਵਿੱਚ ਇੱਕ ਸਰਕਾਰੀ ਵਕੀਲ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡੀਅਨ ਅਦਾਲਤ ਨੇ ਅਮਾਂਡਾ ਟੌਡ ਨਾਲ ਜੁੜੇ ਇੱਕ ਬਦਨਾਮ ਮਾਮਲੇ ਵਿੱਚ ਇੱਕ ਡੱਚ ਸਾਈਬਰ ਧੱਕੇਸ਼ਾਹੀ ਨੂੰ ਨੀਦਰਲੈਂਡਸ ਵਿੱਚ 13 ਸਾਲ ਦੀ ਸਜ਼ਾ ਸੁਣਾਈ ਸੀ। ਉਸ ਨੂੰ ਨੀਦਰਲੈਂਡ ਵਿੱਚ ਘਟਾ ਕੇ 4.5 ਸਾਲ ਕੀਤਾ ਜਾਣਾ ਚਾਹੀਦਾ ਹੈ। ਇਹ ਦਿਨ ਕੋਬਨ ਨੂੰ ਇੱਕ ਵੈਬ ਕੈਮ ਦੇ ਸਾਹਮਣੇ ਆਪਣੇ ਆਪ ਨੂੰ ਬੇਨਕਾਬ ਕਰਨ ਲਈ ਬਲੈਕਮੇਲ ਕੀਤਾ ਗਿਆ ਸੀ। 15 ਸਾਲਾ ਟੌਡ ਨੇ 2012 ਵਿੱਚ ਆਪਣੀ ਜਾਨ ਲੈ ਲਈ। ਕੋਬਨ ਪਹਿਲਾਂ ਹੀ 33 ਹੋਰ ਪੀੜਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਜਿਹੇ ਅਪਰਾਧਾਂ ਲਈ ਨੀਦਰਲੈਂਡਸ ਵਿੱਚ 11 ਸਾਲ ਦੀ ਸਜ਼ਾ ਕੱਟ ਰਿਹਾ ਸੀ ਜਦੋਂ ਉਸ ਨੂੰ ਟੌਡ ਕੇਸ ਵਿੱਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਕੈਨੇਡਾ ਹਵਾਲੇ ਕੀਤਾ ਗਿਆ ਸੀ। ਟੌਡ ਦੀ ਮਾਂ ਕੈਰਲ ਨੇ ਵੀਰਵਾਰ ਨੂੰ ਦੱਸਿਆ ਕਿ ਉਹ BC ਤੋਂ ਉਸ ਦੀ ਸਜ਼ਾ ਤੋਂ ਜਾਣੂ ਸੀ। ਨੀਦਰਲੈਂਡਸ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹ ਸਜ਼ਾ ਘਟਾਉਣ ਦੀ ਉਮੀਦ ਦੀ ਗੱਲ ਕੀਤੀ ਹੈ। ਕੋਬਨ ਦੀ ਕੈਨੇਡੀਅਨ ਸਜ਼ਾ ਅਗਲੇ ਸਾਲ ਅਗਸਤ ਵਿੱਚ ਆਪਣੀ ਅਸਲ ਜੇਲ੍ਹ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਨੀਦਰਲੈਂਡ ਵਿੱਚ ਉਸ ਨੂੰ ਭੁਗਤਣੀ ਪਵੇਗੀ। ਇਸ ਨੂੰ ਪਹਿਲਾਂ ਡੱਚ ਕਾਨੂੰਨ ਦੇ ਅਨੁਸਾਰ ਇੱਕ ਸੈਂਟੈਂਸ ਵਿੱਚ ਬਦਲਿਆ ਜਾਣਾ ਚਾਹੀਦਾ ਹੈ। ਕੋਬਨ ਕੈਨੇਡੀਅਨ ਸਜ਼ਾ ਨੂੰ ਬਦਲਣ ਲਈ ਐਮਸਟਰਡਮ ਜ਼ਿਲ੍ਹਾ ਅਦਾਲਤ ਵਿੱਚ ਵੀਰਵਾਰ ਨੂੰ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। टोरंटो पुलिस ने रोजडेल दे एक डंपस्टर विच एक लड़की दी लाश मिलण दे 1 साल तो वध समय बाद पुलिस ने आखिरकार उस दा नाम जान लिया है। बच्ची दी पछाण टोरंटो दी रहण वाली 4 साला नेवी टक्कर वजों हुई है। मृतक दी मां जो टोरंटो विच रहिंदी है उस नूं वीरवार नूं पहलां जानकारी दे दित्ती गई सी। वीरवार दोपहर नूं एक न्यूज़ कॉन्फ्रेंस दौरान इस मामले विच सफलता दा ऐलान किया गया। होमीसाइड यूनिट दे हैंक इंडसिंगा ने जांच ते अपडेट प्रदान की। ਪ੍ਰੀਮੀਅਰ ਡੇਨੀਅਲ ਸਮਿਥ ਕੈਨੇਡਾ ਡੇ ਤੇ ਕੈਨੇਡੀਅਨਸ ਨੂੰ ਪ੍ਰਭਾਵਿਤ ਕਰਨ ਲਈ ਸੈੱਟ ਕੀਤੇ ਗਏ ਨਵੇਂ ਕਲੀਨ ਫਿਊਲ ਰੈਗੂਲੇਸ਼ਨ ਨਾਲ ਲੜਨ ਲਈ ਤਿਆਰ ਹੈ। ਵੀਰਵਾਰ ਨੂੰ ਪ੍ਰੀਮੀਅਰ ਨੇ ਆਪਣੇ ਵਾਤਾਵਰਣ ਮੰਤਰੀ ਦੁਆਰਾ ਫੈਡਰਲ ਵਾਤਾਵਰਣ ਅਤੇ
जलवायु परिवर्तन मंत्री ਨੂੰ ਭੇਜੇ ਗਏ ਇੱਕ ਪੱਤਰ ਨੂੰ ਸੰਬੋਧਿਤ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਸੂਬਾ ਨਵੇਂ ਟੈਕਸ ਦਾ ਵਿਰੋਧ ਕਰਨ ਵਿੱਚ ਸਸਕੈਚੁਅਨ ਅਤੇ ਅਟਲਾਂਟਿਕ ਕੈਨੇਡਾ ਵਿੱਚ ਸ਼ਾਮਿਲ ਹੋਵੇਗਾ। ਸਮਿਥ ਨੇ ਕਿਹਾ ਕਿ ਪ੍ਰਾਂਤ ਵਿੱਚ ਸਮਰੱਥਾ ਦਾ ਸੰਕਟ ਹੈ ਅਤੇ ਸੂਬਾਈ ਸਰਕਾਰ ਪ੍ਰੋਵਿੰਸ਼ਨਲ ਈਂਧਨ ਟੈਕਸਾਂ ਨੂੰ ਰੋਕ ਕੇ ਅਲਬਰਟਾ ਵਾਸੀਆਂ ਨੂੰ ਕੁਝ ਰਾਹਤ ਦੇਣ ਵਿੱਚ ਕਾਮਯਾਬ ਰਹੀ ਹੈ, ਪਰ ਨਵੀਂ ਲੇਵੀ ਉਹਨਾਂ ਯਤਨਾਂ ਨੂੰ ਘਟਾਉਂਦੀ ਹੈ। ਕੈਲਗਰੀ ਦੇ ਡਾਊਨਟਾਊਨ ਵਿੱਚ ਹਯਾਤ ਰੀਜੈਂਸੀ ਵਿੱਚ ਕੈਲਗਰੀ ਚੈਂਬਰ ਆਫ ਕਾਮਰਸ ਨੂੰ ਸੰਬੋਧਨ ਕਰਨ ਤੋਂ ਬਾਅਦ ਉਹਨਾਂ ਮੀਡੀਆ ਨੂੰ ਦੱਸਿਆ ਕਿ ਸਾਨੂੰ ਉਹਨਾਂ ਸਾਰੀਆਂ ਚੀਜ਼ਾਂ ਤੇ ਫੈਡਰਲ ਸਰਕਾਰ ਦੇ ਵਿਰੁੱਧ ਪਿੱਛੇ ਹਟਣਾ ਪਿਆ ਜੋ ਅਲਬਰਟਾ ਵਾਸੀਆਂ ਲਈ ਜੀਵਨ ਨੂੰ ਹੋਰ ਅਯੋਗ ਬਣਾ ਰਹੀਆਂ ਨੇ। ਕਲੀਨ ਫਿਊਲ ਰੈਗੂਲੇਸ਼ਨ ਈਂਧਨ ਨਿਯਮਾਂ ਲਈ ਲੋੜਾਂ ਨਿਰਧਾਰਿਤ ਕਰਦਾ ਹੈ, ਜੋ ਜੇਕਰ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਤਪਾਦਕਾਂ ਨੂੰ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਲਾਗਤ ਦੇ ਨਾਲ ਕ੍ਰੈਡਿਟ ਖਰੀਦਣ ਦੀ ਜ਼ਰੂਰਤ ਹੁੰਦੀ ਹੈ। ਪਾਰਲੀਮੈਂਟਰੀ ਬਜਟ ਆਫੀਸਰ ਨੇ ਕਿਹਾ ਕਿ ਇਸ ਨਾਲ ਅਲਬਰਟਨਸ ਨੂੰ ਪ੍ਰਤੀ ਸਾਲ $1160 ਤੋਂ ਵੱਧ ਦਾ ਖਰਚਾ ਆਵੇਗਾ। ਇਹ ਸੰਘੀ ਕਾਰਬਨ ਟੈਕਸ ਵਿੱਚ ਸਾਲਾਨਾ ਵਾਧੇ ਦੇ ਸਿਖਰ ਉੱਤੇ ਹੈ। ਐਡਮਿੰਟਨ ਦਾ ਇੱਕ ਜੋੜਾ ਡਾਊਨਟਾਊਨ ਅਪਰਾਧ ਦੇ ਮੁੱਦੇ ਬਾਰੇ ਗੱਲ ਕਰ ਰਿਹਾ ਹੈ, ਜਦੋਂ ਉਹਨਾਂ ਕਿਹਾ ਕਿ ਉਹਨਾਂ ਤੇ ਹਿੰਸਕ ਹਮਲਾ ਕੀਤਾ ਗਿਆ ਸੀ। ਸ਼ਨੀਵਾਰ ਰਾਤ ਨੂੰ ਰੋਜਰ ਪਲੇਸ ਵਿੱਚ ਇੱਕ ਨਿਕਲ ਬੈਕ ਸੰਗੀਤ ਸਮਾਰੋਹ ਤੋਂ ਉਹ ਬਾਹਰ ਨਿਕਲੇ ਤਾਂ ਉਹਨਾਂ ਉੱਤੇ ਹਮਲਾ ਹੋਇਆ। ਰੋਰੀ ਅਤੇ ਐਲਿਜ਼ਾਬੈਥ ਹੋਟਲ ਵਿੱਚ ਠਹਿਰੇ ਹੋਏ ਸਨ, ਜੋ ਰੋਜਰਸ ਪਲੇਸ ਤੋਂ 2 ਮਿੰਟ ਦੀ ਦੂਰੀ ਤੇ ਹੈ। ਕਨਸਰਟ ਤੋਂ ਬਾਅਦ ਰਾਤ ਕਰੀਬ 11:15 ਵਜੇ ਉਹ ਵਾਪਸ ਆਪਣੇ ਹੋਟਲ ਵੱਲ ਜਾ ਰਹੇ ਸਨ। ਉਹਨਾਂ ਦੱਸਿਆ ਕਿ ਇੱਕ ਵਾਰ ਜਦੋਂ ਉਹ ਦਰਵਾਜ਼ੇ ਦੇ ਨੇੜੇ ਸਨ ਤਾਂ ਇੱਕ ਔਰਤ ਜੋ ਉਹਨਾਂ ਦੇ ਸਾਹਮਣੇ ਪੈਦਲ ਆ ਰਹੀ ਸੀ ਉਸਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਐਡਮਿੰਟਨ ਵਿੱਚ ਐਂਥਨੀ ਹੈਂਡੇ ਡਰਾਈਵ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਵਾਈਟ ਮਡ ਓਵਰਪਾਸ ਦੇ ਹੇਠਾਂ ਲਗਭਗ 2 ਹਫ਼ਤਿਆਂ ਤੋਂ ਫਸੇ ਹੋਏ ਖੁਦਾਈ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਖੁਦਾਈ ਕਰਨ ਵਾਲਾ ਇੱਕ ਟਰੱਕ 16 ਜੂਨ ਨੂੰ ਓਵਰਪਾਸ ਵਿੱਚ ਟਕਰਾ ਗਿਆ, ਜਿਸ ਨਾਲ ਪੱਛਮ ਤੋਂ ਬਾਹਰ ਨਿਕਲਣ ਲਈ ਉੱਤਰ ਵੱਲ ਜਾਣ ਵਾਲੀ ਆਵਾਜਾਈ ਦੀ ਪਹੁੰਚ ਬੰਦ ਹੋ ਗਈ। ਵੀਰਵਾਰ ਨੂੰ ਅਲਬਰਟਾ ਟਰਾਂਸਪੋਰਟੇਸ਼ਨ ਦੇ ਇੱਕ ਅਪਡੇਟ ਦੇ ਮੁਤਾਬਿਕ ਚਾਲਕ ਦਲ ਸ਼ੁੱਕਰਵਾਰ ਤੱਕ ਖੁਦਾਈ ਕਰਨ ਵਾਲੇ ਨੂੰ ਹਟਾਉਣ ਦੀ ਉਮੀਦ ਕਰਦਾ ਹੈ। ਸਰਕਾਰੀ ਵਿਭਾਗ ਤੋਂ ਅਪਡੇਟ ਮੁਤਾਬਿਕ ਖੋਦਣ ਵਾਲੇ ਨੂੰ ਹਟਾਏ ਜਾਣ ਦੇ ਦੌਰਾਨ ਇੱਕ ਅਸਥਾਈ ਸਹਾਇਤਾ ਉਪਾਅ ਵਜੋਂ ਅਗਲੇ ਕੁਝ ਦਿਨਾਂ ਵਿੱਚ ਸ਼ੋਰਿੰਗ ਟਾਵਰ ਸਥਾਪਿਤ ਕੀਤੇ ਜਾਣਗੇ। ਅਲਬਰਟਾ ਟਰਾਂਸਪੋਰਟੇਸ਼ਨ ਨੇ ਅੱਗੇ ਦੱਸਿਆ ਕਿ ਈਸਟ ਬਾਉਂਡ ਵਾਈਟ ਮਡ ਡਰਾਈਵ ਰੈਂਪ ਤੋਂ ਉੱਤਰ ਵੱਲ ਐਂਥਨੀ ਹੈਂਡੇ ਡਰਾਈਵ ਤੱਕ ਹੇਠਾਂ ਆਵਾਜਾਈ ਦੀ ਸੁਰੱਖਿਆ ਲਈ ਸੁਰੱਖਿਆ ਜਾਲ ਵੀ ਲਗਾਇਆ ਜਾਵੇਗਾ। ਅਲਬਰਟਾ ਟਰਾਂਸਪੋਰਟੇਸ਼ਨ ਨੇ ਦੱਸਿਆ ਕਿ ਉਹਨਾਂ ਕੋਲ ਮੁਰੰਮਤ ਲਈ ਕੋਈ ਸਮਾਂ ਸੀਮਾ ਨਹੀਂ ਹੈ ਅਤੇ ਹਾਲੇ ਤੱਕ ਇਹ ਨਹੀਂ ਪਤਾ ਕਿ ਇਸ ਦੀ ਕੀਮਤ ਕਿੰਨੀ ਹੋਵੇਗੀ। ਜਾਣਕਾਰੀ ਮੁਤਾਬਿਕ ਬ੍ਰਿਜੇਸ਼ ਮਿਸ਼ਰਾ ਜਾਲੀ ਕੈਨੇਡੀਅਨ ਕਾਲਜ ਦਾਖਲਾ ਪੱਤਰ ਘੁਟਾਲੇ ਵਿੱਚ ਦੋਸ਼ੀ ਇੱਕ ਭਾਰਤੀ ਇਮੀਗ੍ਰੇਸ਼ਨ ਏਜੰਟ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿ ਰਿਹਾ ਸੀ। ਮਿਸ਼ਰਾ, ਜੋ ਕਿ ਪਿਛਲੇ ਸਾਲ 17 ਅਕਤੂਬਰ ਨੂੰ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਵਿੱਚ ਦਾਖਲ ਹੋਇਆ ਸੀ, ਭਾਰਤ ਅਤੇ ਕੈਨੇਡਾ ਦੋਵਾਂ ਦੇ ਅਧਿਕਾਰੀਆਂ ਤੋਂ ਬਚਦੇ ਹੋਏ 5 ਹੋਰ ਲੋਕਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਰਿਪੋਰਟ ਮੁਤਾਬਿਕ ਉਸ ਦਾ ਵਿਜ਼ਟਰ ਵੀਜ਼ਾ ਰੱਦ ਹੋਣ ਦੇ ਬਾਵਜੂਦ ਮਿਸ਼ਰਾ ਅਕਤੂਬਰ ਵਿੱਚ ਅਮਰੀਕਾ ਦੀ ਸਰਹੱਦ ਪਾਰ ਕਰਕੇ ਕੈਨੇਡਾ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਿਆ। ਹਾਲਾਂਕਿ ਇਸ ਮਹੀਨੇ ਫਿਰ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਮਿਸ਼ਰਾ ਨੂੰ ਆਖਿਰਕਾਰ ਗ੍ਰਿਫਤਾਰ ਕਰ ਲਿਆ ਗਿਆ। ਪਾਕਿਸਤਾਨ ਦੇ ਵਿੱਤ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਨਾਲ ਇੱਕ ਮਹੱਤਵਪੂਰਨ ਬੇਲ ਆਊਟ ਸੌਦੇ ਲਈ ਇੱਕ ਸਟਾਫ ਪੱਧਰ ਦਾ ਸਮਝੌਤਾ ਬਹੁਤ ਨੇੜੇ ਸੀ ਅਤੇ ਅਗਲੇ 24 ਘੰਟਿਆਂ ਵਿੱਚ ਉਮੀਦ ਕੀਤੀ ਜਾਂਦੀ ਹੈ। ਇਸਲਾਮਾਬਾਦ 2019 ਵਿੱਚ ਸਹਿਮਤ ਹੋਏ $6.5 ਬਿਲੀਅਨ ਐਕਸਟੈਂਡਡ ਫੰਡ ਸਹੂਲਤ ਦੀ ਰਿਣਦਾਤਾ ਦੀ 9ਵੀਂ ਸਮੀਖਿਆ ਦੇ ਤਹਿਤ ਘੱਟੋ ਘੱਟ $1.1 ਬਿਲੀਅਨ ਨੂੰ ਅਨਲੌਕ ਕਰਨ ਲਈ ਸਮੇਂ ਦੇ ਵਿਰੁੱਧ ਦੌੜ ਕਰ ਰਿਹਾ ਹੈ। ਪ੍ਰੋਗਰਾਮ ਦੀ ਮਿਆਦ ਸ਼ੁੱਕਰਵਾਰ ਨੂੰ ਸਮਾਪਤ ਹੋ ਰਹੀ ਹੈ। ਮੰਤਰੀ ਇਸ਼ਾਕ ਡਾਰ ਨੇ ਵੀਰਵਾਰ ਦੇਰ ਰਾਤ ਜਾਣਕਾਰੀ ਦਿੱਤੀ ਕਿ ਅਸੀਂ IMF ਨਾਲ ਸਟਾਫ ਪੱਧਰ ਦੇ ਸਮਝੌਤੇ ਤੇ ਦਸਤਖਤ ਕਰਨ ਦੇ ਬਹੁਤ ਨਜ਼ਦੀਕ ਹਾਂ। ਗੱਲਬਾਤ ਤੋਂ ਜਾਣੂ ਇੱਕ ਸੂਤਰ ਨੇ ਦੱਸਿਆ ਕਿ ਪਾਕਿਸਤਾਨ ਅਤੇ IMF ਵੀ IMF ਪ੍ਰੋਗਰਾਮ ਦੇ ਤਹਿਤ ਬਕਾਇਆ $2.5 ਬਿਲੀਅਨ ਦੀ ਜਾਰੀ ਕਰਨ ਲਈ ਵਿਚਾਰ ਵਟਾਂਦਰੇ ਵਿੱਚ ਸਨ।
ਸਰੋਤ ਨੇ ਕਿਹਾ ਕਿ ਸਟਾਫ ਪੱਧਰ ਦਾ ਸਮਝੌਤਾ ਸ਼ੁਰੂ ਵਿੱਚ ਲਗਭਗ 1.1 ਬਿਲੀਅਨ ਡਾਲਰ ਨੂੰ ਅਨਲੌਕ ਕਰਨ ਲਈ ਸੈੱਟ ਕੀਤਾ ਜਾਣਾ ਸੀ ਅਤੇ ਫਿਰ ਇੱਕ ਸਟੈਂਡ ਬਾਈ ਸਮਝੌਤਾ ਕੀਤਾ ਜਾਵੇਗਾ ਜੋ ਸ਼ਨੀਵਾਰ ਨੂੰ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਾਰੀ ਕਰ ਸਕਦਾ ਹੈ। ਪਾਕਿਸਤਾਨ ਵਿੱਚ IMF ਦੇ ਪ੍ਰਤੀਨਿਧੀ ਨੇ ਤੁਰੰਤ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ। ਸਮਝੌਤਾ ਜੋ IMF ਬੋਰਡ ਦੁਆਰਾ ਪ੍ਰਵਾਨਗੀ ਦੇ ਅਧੀਨ ਹੋਵੇਗਾ ਉਸ ਨੂੰ 8 ਮਹੀਨਿਆਂ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ ਹੈ। ਕੈਲੀਫੋਰਨੀਆ ਵਿੱਚ ਜਿੱਥੇ 1996 ਤੋਂ ਜਨਤਕ ਕਾਲਜਾਂ ਵਿੱਚ ਦਾਖਲਾ ਵਿੱਚ ਹਾਂ ਪੱਖੀ ਕਾਰਵਾਈ ਤੇ ਪਾਬੰਦੀ ਲਗਾਈ ਗਈ ਹੈ, ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਫੈਕਲਟੀ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੇ ਇਹ ਯਕੀਨੀ ਬਣਾਉਣ ਦੇ ਤਰੀਕੇ ਲੱਭ ਲਏ ਹਨ ਕਿ ਉਹਨਾਂ ਦੇ ਵਿਦਿਆਰਥੀ ਸੰਗਠਨਾਂ ਵਿੱਚ ਵਿਭਿੰਨਤਾ ਬਣੀ ਰਹੇ। ਹਾਲਾਂਕਿ US ਸੁਪਰੀਮ ਕੋਰਟ ਨੇ ਵੀਰਵਾਰ ਨੂੰ ਫੈਸਲਾ ਕੀਤਾ ਕਿ ਦੇਸ਼ ਭਰ ਵਿੱਚ ਉੱਚ ਸਿੱਖਿਆ ਭਾਈਚਾਰੇ ਦੁਆਰਾ ਲਹਿਰਾਂ ਭੇਜਣ ਦਾਖਲਿਆਂ ਵਿੱਚ ਦੌੜ ਇੱਕ ਕਾਰਕ ਨਹੀਂ ਹੋ ਸਕਦੀ। ਕੈਲੀਫੋਰਨੀਆ ਕਾਨੂੰਨ ਦੀ ਉਲੰਘਣਾ ਨਾ ਕਰਦਿਆਂ ਵਿਭਿੰਨਤਾ ਨੂੰ ਕਿਵੇਂ ਉਤਸ਼ਾਹਿਤ ਕਰਨਾ ਹੈ, ਇਸ ਦਾ ਇੱਕ ਮਾਡਲ ਪ੍ਰਦਾਨ ਕਰ ਸਕਦਾ ਹੈ। ਕੈਲੀਫੋਰਨੀਆ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਬਿਨੇਕਾਰਾਂ ਦੀਆਂ ਸੰਪੂਰਨ ਸਮੀਖਿਆਵਾਂ ਤੇ ਨਿਰਭਰ ਕੀਤਾ ਹੈ, ਨਿੱਜੀ ਲੇਖਾਂ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਕੀ ਵਿਦਿਆਰਥੀ ਆਪਣੇ ਹਾਈ ਸਕੂਲਾਂ ਵਿੱਚ ਵਿਦਿਅਕ ਮੌਕਿਆਂ ਨੂੰ ਅਕਾਦਮਿਕ ਪ੍ਰਾਪਤੀ ਵਿੱਚ ਬਦਲਦੇ ਹਨ। ਕੁਝ ਸੰਸਥਾਵਾਂ ਨੇ ਸਾਰੇ ਬਿਨੇਕਾਰਾਂ ਲਈ ਮਿਆਰੀ ਟੈਸਟ ਸਕੋਰ ਜਮ੍ਹਾਂ ਕਰਨ ਦੀਆਂ ਜ਼ਰੂਰਤਾਂ ਨੂੰ ਖਤਮ ਕਰ ਦਿੱਤਾ ਹੈ ਜੋ ਉਹਨਾਂ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਂਦਾ ਹੈ ਜਿਨ੍ਹਾਂ ਦੇ ਪਰਿਵਾਰ ਟਿਊਟਰਾਂ ਅਤੇ ਤਿਆਰੀ ਕਲਾਸਾਂ ਦਾ ਖਰਚਾ ਚੁੱਕਣ ਦੇ ਯੋਗ ਹੁੰਦੇ ਹਨ। ਮਿਆਰੀ ਟੈਸਟ ਸਕੋਰਾਂ ਤੋਂ ਦੂਰ ਜਾਣਾ ਜੀਵਨ ਦੇ ਸਾਰੇ ਖੇਤਰਾਂ ਦੇ ਵਿਦਿਆਰਥੀਆਂ ਲਈ ਖੇਡ ਖੇਤਰ ਨੂੰ ਬਰਾਬਰ ਕਰਨ ਲਈ ਇੱਕ ਵੱਡੇ ਰਾਸ਼ਟਰੀ ਰੁਝਾਨ ਦਾ ਹਿੱਸਾ ਹੈ। ਇਸੀ ਅੱਜ ਦਾ ਬੁਲੇਟਿਨ, ਅਗਲਾ ਬੁਲੇਟਿਨ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦੇਖਦੇ ਰਹੋ BTV।